बहुत ही प्यारे ਬੱਚਿਓ मैं ਤੁਹਾਡਾ ਬਨੀਤ ਕੁਮਾਰ। ਅੱਜ ਅਸੀਂ ਕਲਾਸ 6ਵੀਂ ਲੈਸਨ 13ਵਾਂ ਭਾਰਤ 200 ਈਸਵੀ ਤੋਂ 300 ਈਸਵੀ ਤੱਕ ਬਾਰੇ ਪੜ੍ਹਾਂਗੇ। ਤਾਂ ਪਿਆਰੇ ਬੱਚਿਓ ਈਸਵੀ ਪੂਰਵ ਤੋਂ ਤੁਸੀਂ ਈਸਵੀ ਤੱਕ ਪੜ੍ਹਨਾ। ਤਾਂ ਇਹ ਲਗਭਗ ਕਿੰਨੇ ਸਾਲ ਹੋ ਗਏ ਆਪਣੇ ਕੋਲੇ 200 ਤੋਂ ਲੈ ਕੇ 500 ਸਾਲ, ਜਿਹੜਾ 500 600 ਸਾਲ ਦੇ ਬਾਰੇ ਅਸੀਂ ਹਿਸਟਰੀ ਆ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ। ਤਾਂ ਮੈਂ ਤੁਹਾਡਾ ਬਨੀਤ ਕੁਮਾਰ ਸਿੰਗਲਾ ਤੇ ਜਿਹੜਾ ਅੱਜ ਦਾ ਲੈਸਨ ਪੇਸ਼ ਕਰ ਰਿਹਾ ਹਾਂ। ਤਾਂ ਆਪਾਂ ਟਾਈਮ ਨਾ ਖਰਾਬ ਕਰਦੇ ਹੋਏ ਲੈਸਨ ਸ਼ੁਰੂ ਕਰ ਰਹੇ ਹਾਂ। ਤਾਂ ਦੱਖਣ ਵਿੰਧਿਆਚਲ ਪਰਬਤ ਅਤੇ ਨਰਮਦਾ ਨਦੀ ਦੇ ਦੱਖਣ ਇਲਾਕਿਆਂ ਨੂੰ ਦੱਖਣ ਕਿਹਾ ਜਾਂਦਾ ਹੈ। ਪ੍ਰਾਚੀਨ ਕਾਲ ਵਿੱਚ ਇਸ ਨੂੰ ਦਕਸ਼ਿਣਾ ਪਥ ਕਿਹਾ ਜਾਂਦਾ ਸੀ। ਤਾਂ ਪਿਆਰੇ ਬੱਚਿਓ ਪਹਿਲਾ ਕੁਐਸਚਨ ਬਣਦਾ ਤੁਹਾਡੇ ਕੋਲੇ, ਵਿੰਧਿਆਚਲ ਪਰਬਤ ਅਤੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ? ਦੱਖਣ। ਦੱਖਣ ਨਹੀਂ, ਦੱਖਣ ਖੱਖੇ ਦੀ ਥਾਂ ਤੇ ਕੱਕਾ। ਤਾਂ ਪ੍ਰਾਚੀਨ ਸਮੇਂ ਦੇ ਵਿੱਚ ਇਹਨੂੰ ਕੀ ਕਿਹਾ ਜਾਂਦਾ ਸੀ? ਦਕਸ਼ਿਣਾ ਪਥ। ਦੱਖਣ ਵਿੱਚ ਮੌਰੀਆ ਦੇ ਪ੍ਰਸਿੱਧ ਸ਼ਾਸਕ ਸਾਤਵਾਹਨ ਸਨ, ਜਿਨ੍ਹਾਂ ਦੇ ਲਗਭਗ 300 ਸਾਲ ਪਹਿਲਾਂ ਸਦੀ ਈਸਵੀ ਪੂਰਵ ਤੋਂ 200 ਈਸਵੀ ਤੱਕ ਰਾਜ ਕੀਤਾ। ਤਾਂ ਈਸਵੀ ਪੂਰਵ ਦੇ ਵਿੱਚ ਈਸਵੀ ਪੂਰਵ ਦਾ ਇਤਿਹਾਸ ਕੀ ਆ? ਈਸਾ ਮਸੀਹ। ਤਾਂ ਪਹਿਲਾਂ ਬੈਕ ਚੱਲਦੇ ਆ ਇਹ 200 ਤੋਂ ਜਿਹੜੇ ਸੀਗੇ 199 198। ਤਾਂ ਜਦੋਂ ਈਸਵੀ ਪੂਰਵ ਲੱਗ ਜਾਂਦਾ ਤਾਂ ਪਹਿਲਾਂ ਪਿਆਰੇ ਬੱਚਿਓ ਇਹ ਸਮਝਣ ਦੀ ਜ਼ਰੂਰਤ ਆ, ਤਾਂ ਹਮੇਸ਼ਾ ਇਹ ਉਲਟ ਚੱਲਣਗੇ। ਜਦੋਂ ਈਸਵਾ ਪੂਰਵ ਨਹੀਂ ਕੱਟਿਆ ਗਿਆ ਉਸ ਤੋਂ ਬਾਅਦ ਜਿਹੜੀਆਂ ਸਦੀਆਂ ਚੱਲੀਆਂ, ਜਿਵੇਂ ਅਸੀਂ ਹੁਣ ਅੱਗੇ ਵਧ ਰਹੇ ਹਾਂ 200 201। ਸਾਤਵਾਹਨ ਗੌਤਮੀ ਪੁੱਤਰ ਸ਼ਾਤਕਰਨੀ ਇੱਕ ਮਹਾਨ ਸਾਤਵਾਹਨ ਸ਼ਾਸਕ ਸੀ। ਉਸ ਨੇ 106 ਈਸਵੀ ਤੋਂ 130 ਈਸਵੀ ਤੱਕ ਰਾਜ ਕੀਤਾ। ਉਹ ਇੱਕ ਮਹਾਨ ਜੇਤੂ ਅਤੇ ਦਿਆਲੂ ਰਾਜਾ ਸੀ। ਤਾਂ ਹੁਣ ਜੇ ਅਸੀਂ ਗੌਤਮੀ ਪੁੱਤਰ ਦੀ ਸ਼ਾਤਕਰਨੀ ਦੀ ਗੱਲ ਕਰੀਏ ਤਾਂ ਇਹਦਾ ਕੁਐਸਚਨ ਬਣ ਸਕਦਾ, ਗੌਤਮੀ ਪੁੱਤਰ ਸ਼ਾਤਕਰਨੀ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ? ਤਾਂ ਇਸ ਨੇ ਰਾਜ ਕੀਤਾ 106 ਈਸਵੀ ਤੋਂ 130 ਈਸਵੀ ਤੱਕ। ਇਹ ਜਿਹੜਾ ਮਹਾਨ ਤੇ ਜੇਤੂ ਤੇ ਦਿਆਲੂ ਰਾਜਾ ਸੀ। ਤਾਂ ਇਹ ਉਹਨਾਂ ਦੀਆਂ ਗੌਤਮੀ ਪੁੱਤਰ ਸ਼ਾਤਕਰਨੀ ਦੀਆਂ ਤਸਵੀਰਾਂ ਹਨ। ਤਾਂ ਉਸ ਤੋਂ ਬਾਅਦ ਕਰਦੇ ਹਾਂ ਅਸੀਂ ਗੌਤਮੀ ਪੁੱਤਰ ਸ਼ਾਤਕਰਨੀ ਦਾ ਉੱਤਰੀ ਅਧਿਕਾਰ ਉਸਦਾ ਪੁੱਤਰ ਵਸ਼ਿਸ਼ਟੀ ਪੁੱਤਰ ਪੁਲਮਾਵੀ ਨੇ 130 ਤੋਂ 154 ਈਸਵੀ ਤੱਕ ਜਿਹੜਾ ਨਾਮੀ ਸਥਾਨ ਤੇ ਆਪਣਾ ਕੀ ਕੀਤਾ? ਪ੍ਰਿਸ਼ਟਾ ਨਾਮੀ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਸਾਤਵਾਹਨ ਦਾ ਅੰਤਿਮ ਮਹਾਨ ਸ਼ਾਸਕ ਜੰਗਸ਼ਰੀ ਸਾਤਕਰਨੀ ਸੀ। ਉਸ ਨੇ ਵਪਾਰ ਨੂੰ ਪ੍ਰਫੁੱਲਿਤ ਕੀਤਾ ਅਤੇ ਮਲਾਇਆ ਵਿੱਚ ਜਹਾਜ਼ੀ ਮੁਹਿੰਮਾਂ ਭੇਜੀਆਂ। ਉਸ ਦੀ ਮੌਤ ਤੋਂ ਬਾਅਦ ਸਾਤਵਾਹਨ ਵੰਸ਼ ਦਾ ਪਤਨ ਅਤੇ 220 ਈਸਵੀ ਵਿੱਚ ਰਾਜ ਦਾ ਅੰਤ ਹੋ ਗਿਆ। ਸ਼ਾਸਨ ਪ੍ਰਬੰਧ ਰਾਜਾ ਨੂੰ ਧਰਮ ਦਾ ਰੱਖਿਅਕ ਅਤੇ ਦੇਵੀ ਸ਼ਕਤੀਆਂ ਦਾ ਧਾਰਨੀ ਮੰਨਿਆ ਜਾਂਦਾ ਸੀ। ਸਾਮਰਾਜ ਨੂੰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਪ੍ਰਾਂਤ ਦਾ ਪ੍ਰਬੰਧ ਸੈਨਾਪਤੀ ਦੁਆਰਾ ਚਲਾਇਆ ਜਾਂਦਾ ਸੀ। ਪ੍ਰਾਂਤਾਂ ਨੂੰ ਅੱਗੇ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਸੀ, ਜਿਸ ਨੂੰ ਆਹਾਰਸ ਅਧਿਕਾਰੀਆਂ ਅਨੁਸਾਰ ਅਮਤਾਜ ਮਹਾਮਾਤਰ ਕਿਹਾ ਜਾਂਦਾ ਸੀ। ਪੇਂਡੂ ਇਲਾਕਿਆਂ ਦਾ ਰਾਜ ਪ੍ਰਬੰਧ ਗੋਲਮੀਕਾਸ ਦੁਆਰਾ ਚਲਾਇਆ ਜਾਂਦਾ ਸੀ। ਤਾਂ ਪਿਆਰੇ ਬੱਚਿਓ ਜਿਸ ਤਰ੍ਹਾਂ ਸਾਡੇ ਸਟੇਟਾਂ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ ਸੀ, ਤਾਂ ਉਸ ਸਮੇਂ ਪ੍ਰਾਂਤ ਦਾ ਪ੍ਰਬੰਧ ਜਿਹੜਾ ਸੈਨਾਪਤੀ ਦੁਆਰਾ ਚਲਾਇਆ ਜਾਂਦਾ ਸੀ। ਅੱਗੇ ਪ੍ਰਾਂਤਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ ਸੀ। ਜ਼ਿਲ੍ਹਿਆਂ ਦਾ ਪ੍ਰਬੰਧ ਸੀ ਜਿਹੜਾ ਆਹਾਰਸ ਅਧਿਕਾਰੀਆਂ ਅਨੁਸਾਰ ਅਮਤਸ ਮਹਾਮਾਤਰ ਕਿਹਾ ਜਾਂਦਾ ਸੀ। ਜਿਸ ਤਰ੍ਹਾਂ ਅਸੀਂ ਡੀਸੀ ਸ਼ਬਦ ਯੂਜ਼ ਕਰਦੇ ਹਾਂ, ਉੱਥੇ ਆਹਾਰਸ ਤੇ ਅਧਿਕਾਰੀ ਤੇ ਅਮਾਤਸ ਮਹਾਮਾਤਰ ਕਿਹਾ ਜਾਂਦਾ ਸੀ। ਪੇਂਡੂ ਇਲਾਕਿਆਂ ਦਾ ਜਿਹੜਾ ਰਾਜ ਪ੍ਰਬੰਧ ਸੀ ਉਹ ਗੋਲਮੀਕਾਸ ਦੁਆਰਾ ਚਲਾਇਆ ਜਾਂਦਾ ਸੀ। ਤਾਂ ਜਿਸ ਤਰ੍ਹਾਂ ਹੁਣ ਜਿਹੜਾ ਪੇਂਡੂ ਇਲਾਕਿਆਂ ਦਾ ਪ੍ਰਬੰਧ ਆ ਸਰਪੰਚ ਪੰਚ ਚਲਾਉਂਦੇ ਆ, ਤਾਂ ਉਦੋਂ ਜਿਹੜਾ ਗੋਲਮੀਕਾਸ ਦੁਆਰਾ ਚਲਾਇਆ ਜਾਂਦਾ ਸੀ। ਜਿਹਦੀ 'ਚ ਉਹਦਾ ਸ਼ਾਸਨ ਪ੍ਰਬੰਧ ਦੀ ਅਸੀਂ ਗੱਲ ਕਰਦੇ ਹਾਂ ਆਰਥਿਕ ਦਿਸ਼ਾ ਦੀ। ਸਾਤਵਾਹਨਾਂ ਨੇ ਨਗਰਾਂ ਅਤੇ ਪਿੰਡਾਂ ਨੂੰ ਜੋੜਨ ਲਈ ਸੜਕਾਂ ਬਣਾਈਆਂ।
ਉਹਨਾਂ ਨੇ ਅੰਦਰੂਨੀ ਅਤੇ ਵਿਦੇਸ਼ੀ ਦੋਵਾਂ ਤਰ੍ਹਾਂ ਦੇ ਵਪਾਰ ਨੂੰ ਪ੍ਰਫੁੱਲਿਤ ਕੀਤਾ। ਸਾਤਵਾਹਨ ਰਾਜ ਵਿੱਚ ਪੱਛਮੀ ਅਤੇ ਪੂਰਬੀ ਤੱਟਾਂ 'ਤੇ ਸਥਿਤ ਬੰਦਰਗਾਹਾਂ ਵੀ ਸ਼ਾਮਿਲ ਸਨ। ਬੰਦਰਗਾਹਾਂ ਅਰਬ, ਈਰਾਨ, ਮਿਸਰ, ਬਰਮਾ, ਮਲਾਇਆ ਵਰਗੇ ਦੇਸ਼ਾਂ ਨਾਲ ਵਿਦੇਸ਼ੀ ਵਪਾਰ ਦਾ ਕੇਂਦਰ ਬਣ ਗਈਆਂ ਸਨ। ਸ਼ਰਾਬ, ਤਾਂਬਾ, ਸ਼ੀਸ਼ਾ, ਕੀਮਤੀ ਪੱਥਰ ਬਾਹਰਲੇ ਦੇਸ਼ਾਂ ਤੋਂ ਭਾਰਤ ਵਿੱਚ ਮੰਗਵਾਏ ਜਾਂਦੇ ਸਨ। ਵਿਦੇਸ਼ਾਂ ਵਿੱਚ ਭੇਜੀਆਂ ਜਾਣ ਵਾਲੀਆਂ ਵਸਤੂਆਂ ਦੇ ਬਦਲੇ ਸੋਨੇ ਅਤੇ ਚਾਂਦੀ ਦੇ ਸਿੱਕੇ ਭਾਰਤ ਵਿੱਚ ਲਿਆਂਦੇ ਜਾਂਦੇ ਸਨ। ਤਾਂ ਹੁਣ ਪਤਾ ਲੱਗਿਆ ਆਰਥਿਕ ਦਿਸ਼ਾ ਦੇ ਵਿੱਚ ਸਾਡੇ ਕੋਲੇ ਕੀ ਆ, ਜਿਹੜੀਆਂ ਸਾਤਵਾਹਨਾਂ ਨੇ ਇੱਕ ਤਾਂ ਜਿਹੜੇ ਸ਼ਹਿਰ ਅਤੇ ਪਿੰਡਾਂ ਨੂੰ ਜੋੜਨ ਦੇ ਲਈ ਸੜਕਾਂ ਬਣਾਈਆਂ, ਇਹਨਾਂ ਦਾ ਜਿਹੜਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਸੀ ਉਹਨੂੰ ਪ੍ਰਫੁੱਲਿਤ ਕੀਤਾ। ਬੰਦਰਗਾਹਾਂ ਬਣਾਈਆਂ ਈਰਾਨ, ਮਿਸਰ ਅਤੇ ਬਰਮਾ। ਇਸੇ ਤਰ੍ਹਾਂ ਜਿਹੜਾ ਵਿਦੇਸ਼ ਦਾ ਕੇਂਦਰ ਬਣ ਗਿਆ ਸੀ ਇਹਦੇ ਵਿੱਚ ਸ਼ਰਾਬ, ਤਾਂਬਾ, ਸ਼ੀਸ਼ਾ ਅਤੇ ਕੀਮਤੀ ਪੱਥਰ ਬਾਹਰਲੇ ਦੇਸ਼ਾਂ ਤੋਂ ਭਾਰਤ ਵਿੱਚ ਮੰਗਵਾਏ ਜਾਂਦੇ ਸੀ। ਵਿਦੇਸ਼ਾਂ ਵਿੱਚ ਭੇਜੀਆਂ ਜਾਣ ਵਾਲੇ ਜਿਹੜੇ ਉਹਦਿਆਂ ਦੇ ਬਦਲੇ ਜਿਹੜੀਆਂ ਵਸਤੂਆਂ ਭੇਜਦੇ ਸੀ ਉਹ ਸੋਨਾ ਅਤੇ ਸਿੱਕਾ ਸੀ। ਸੋਨਾ ਅਤੇ ਚਾਂਦੀ ਦੇ ਸਿੱਕੇ ਸੀਗੇ ਜਿਹੜੇ ਭਾਰਤ ਦੇ ਵਿੱਚ ਲਿਆਂਦੇ ਜਾਂਦੇ ਸੀ। ਤਾਂ ਧਰਮ ਕਿਹੜਾ ਸੀ ਉਦੋਂ? ਤਾਂ ਸਾਤਵਾਹਨ ਰਾਜੇ ਹਿੰਦੂ ਧਰਮ ਦੇ ਅਨੁਯਾਈ ਸੀ। ਕਿਹੜੇ ਧਰਮ ਦੇ ਅਨੁਯਾਈ ਸੀ? ਹਿੰਦੂ ਧਰਮ ਦੇ। ਵਪਾਰੀ ਲੋਕ ਬੁੱਧ ਧਰਮ ਦੇ ਅਨੁਯਾਈ ਸੀ। ਠੀਕ ਹੈ ਜੀ। ਨਾ ਜਿਹੜੇ ਹਿੰਦੂ ਸੀਗੇ ਸਾਤਵਾਹਨ, ਉਹ ਤਾਂ ਹਿੰਦੂ ਧਰਮ ਦੇ ਅਨੁਯਾਈ ਸੀ ਅਤੇ ਵਪਾਰੀ ਲੋਕ ਬੁੱਧ ਧਰਮ ਦੇ ਸੀ। ਤਾਂ ਹਿੰਦੂ ਧਰਮ ਦੇ ਵਿੱਚ ਵਿਸ਼ਨੂੰ ਅਤੇ ਸ਼ਿਵ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। ਤਾਂ ਜਿਹੜੇ ਦੋ ਅਸੀਂ ਅੱਜ ਵੀ ਸ਼ਿਵ ਅਤੇ ਵਿਸ਼ਨੂੰ ਦੀ ਪੂਜਾ ਕਰਦੇ ਹਾਂ, ਤਾਂ ਉਹ ਬਹੁਤ ਪੁਰਾਣੇ ਸਮੇਂ ਤੋਂ ਸਾਤਵਾਹਨ ਦੇ ਰਾਜੇ ਸੀ ਜਿਹੜੇ ਉਹ ਵੀ ਕਰਦੇ ਸੀਗੇ। ਤਾਂ ਜਿਹੜੇ ਵਪਾਰੀ ਲੋਕ ਸੀ ਉਹ ਬੁੱਧ ਧਰਮ ਨੂੰ ਮੰਨਦੇ ਸੀਗੇ। ਕਲਾ ਅਤੇ ਭਵਨ ਨਿਰਮਾਣ ਦੇ ਵਿੱਚ ਇਹਨਾਂ ਦਾ ਕੀ ਯੋਗਦਾਨ ਆ? ਸਾਤਵਾਹਨ ਅਤੇ ਪੱਛਮੀ ਦੱਖਣ ਵਿੱਚ ਪੱਥਰ ਕੱਟ ਭਵਨ ਨਿਰਮਾਣ ਕਲਾ ਅਤੇ ਗੁਫਾ ਮੰਦਰਾਂ ਨੂੰ ਸਰਪ੍ਰਸਤੀ ਦਿੱਤੀ। ਪੁਣੇ ਦੇ ਨੇੜਲੇ ਕਾਰਲੇ ਦਾ ਪੱਥਰ ਕੱਟ ਗੁਫਾ ਦੀ ਬਣਤਰ ਦਾ ਚੇਤੀਆ ਹਾਲ ਬਹੁਤ ਪ੍ਰਸਿੱਧ ਹੈ। ਤਾਂ ਸਾਤਵਾਹਨ ਦੇ ਪੱਛਮ ਦੇ ਵਿੱਚ ਕੀ ਕਰਦੇ ਸੀਗੇ? ਪੱਥਰਾਂ ਨੂੰ ਕੱਟ ਕੇ ਭਵਨ ਨਿਰਮਾਣ ਕੀਤਾ ਜਾਂਦਾ ਸੀ। ਤਾਂ ਗੁਫਾਵਾਂ ਬਣਾਈਆਂ ਜਾਂਦੀਆਂ ਸੀਗੀਆਂ। ਜਿਹੜਾ ਪੁੰਨਾ ਦੇ ਨੇੜੇ ਕਾਰਲੇ ਦਾ ਪੱਥਰ ਕੱਟ ਆ ਗੁਫਾ ਦੀ ਬਣਤਰ ਚੇਤੀਆ ਹਾਲ ਬਹੁਤ ਪ੍ਰਸਿੱਧ ਹੈ। ਤਾਂ ਹੁਣ ਜੇ ਤੁਸੀਂ ਪੁਣੇ ਦੇ ਆਪਾਂ ਕਹੀਏ ਵੀ ਪੁਣੇ ਦੇ ਕੋਲ ਇੱਕ ਗੁਫਾ, ਤਾਂ ਉਹਦਾ ਨਾਂ ਕੀ ਆ? ਚੇਤੀਆ ਹਾਲ। ਚੇਤੀਆ ਦੇ ਨਾਲ ਬੋਧੀ ਭਿਕਸ਼ੂਆਂ ਲਈ ਪ੍ਰਾਰਥਨਾ ਦਾ ਜਾਂ ਰਾਜ ਸਭਾ ਦਾ ਹਾਲ ਸੀ। ਜੇ ਇਹ ਦਿਖਾਇਆ ਹੋਇਆ ਪਿਆਰੇ ਬੱਚਿਓ, ਜਿਹੜਾ ਚੇਤੀਆ ਦਾ ਹਾਲ ਜਿਹੜਾ ਬਹੁਤ ਪੱਥਰਾਂ ਨੂੰ ਕੱਟ ਕੇ ਬਣਾਇਆ ਗਿਆ, ਤਾਂ ਇਹਦੇ ਵਿੱਚ ਇੱਕ ਪੱਥਰ ਵੀ ਦਿਖਾਈ ਦੇ ਰਿਹਾ। ਤਾਂ ਆਹ ਜਿਹੜਾ ਪੱਥਰ ਆ ਜਿਹੜਾ ਇਸ ਤਰ੍ਹਾਂ ਕੱਟੇ ਹੋਏ ਆ, ਤਾਂ ਇਹ ਗੁਫਾਵਾਂ ਸੀ, ਬਹੁਤ ਮਸ਼ਹੂਰ ਆ। ਤਾਂ ਇੱਕ ਆਪਾਂ ਕਰਦੇ ਹਾਂ ਜਿਹੜੀ ਕਾਰਲੇ ਦੀ ਗੁਫਾ ਦਾ ਇਹ ਅੰਦਰਲਾ ਦ੍ਰਿਸ਼। ਤਾਂ ਪੱਥਰ ਕੱਟ ਵਿਹਾਰਾਂ ਜਾਂ ਈਸਾਈ ਮੱਠਾਂ ਦੇ ਨੇੜੇ ਬਣਾਏ ਗਏ ਸਨ। ਇੱਕ ਵਿਹਾਰ ਵਿੱਚ ਇੱਕ ਹਾਲ ਜਿਸ ਦਾ ਦਰਵਾਜ਼ਾ ਉੱਪਰ ਵੱਲ ਇੱਕ ਬਰਾਂਡੇ ਵਿੱਚ ਖੁੱਲ੍ਹਦਾ ਸੀ। ਤਾਂ ਦੇਖੋ ਜੀ, ਇਹਦਾ ਜਿਹੜਾ ਉੱਪਰ ਵੱਲ ਜਿਹੜਾ ਤੁਹਾਡਾ ਬਰਾਂਡਾ ਦਿਖਾਇਆ ਹੋਇਆ, ਦੇਖੋ ਆ ਸੀ ਉੱਪਰ ਵੱਲ ਜਿਹੜਾ ਇਹਦਾ ਦਰਵਾਜ਼ਾ ਆ ਖੁੱਲ੍ਹਦਾ ਸੀਗਾ। ਤਾਂ ਇਹ ਪੱਥਰਾਂ ਨੂੰ ਕੱਟ ਕੇ ਬਣਾਇਆ ਗਿਆ ਸੀ। ਤਾਂ ਇਸ ਤੋਂ ਬਾਅਦ ਜਿਹੜੀ ਥੱਲੜੇ ਦ੍ਰਿਸ਼ ਦੀ ਗੱਲ ਕਰਦੇ ਹਾਂ ਅਸੀਂ, ਇਹ ਅਮਰਾਵਤੀ ਸਤੂਪ ਦੇ ਖੰਡਰ ਨੇ। ਤਾਂ ਇਹ ਖੰਡਰ ਕਿਹੜੇ ਨੇ? ਅਮਰਾਵਤੀ ਦੇ। ਤਾਂ ਤੁਸੀਂ ਪਿਆਰੇ ਬੱਚੋ ਦੇਖੋ, ਖੰਡਰ ਇੱਦਾਂ ਦੇ ਹੁੰਦੇ ਸੀਗੇ ਆਪਣੇ ਕੋਲੇ। ਖੰਡਰ ਤੋਂ ਭਾਵ ਸਮਝ ਕੇ ਤੁਸੀਂ, ਜਿਹੜੇ ਕੋਈ ਵੀ ਚੀਜ਼ ਜਿੱਥੇ ਕੋਈ ਵੀ ਪ੍ਰਯੋਗ ਨਹੀਂ ਹੁੰਦੀ, ਸਾਰੀਆਂ ਚੀਜ਼ਾਂ ਕੀ ਹੁੰਦੀਆਂ ਨੇ? ਮਾੜੀਆਂ ਹੁੰਦੀਆਂ ਨੇ। ਸਾਤਵਾਹਨਾਂ ਨੇ ਬਹੁਤ ਸਾਰੇ ਸਤੂਪ ਬਣਾਏ। ਸਾਂਚੀ ਦੇ ਸਤੂਪਾਂ ਵਿੱਚ ਨਾਲੋਂ ਅਮਰਾਵਤੀ ਦਾ ਸਤੂਪ ਬਹੁਤ ਸੁੰਦਰਤਾ ਨਾਲ ਸਜਾਇਆ ਗਿਆ। ਇਸ ਵਿੱਚ ਬੁੱਧ ਦੇ ਜੀਵਨ ਦੀ ਸਾਰੀ ਕਹਾਣੀ ਨੂੰ ਦਰਸਾਉਂਦੇ ਹੋਏ ਚਿੱਤਰ ਦਰਸਾਏ ਗਏ ਹਨ। ਘੰਟਸਾਲ, ਨਾਗ ਅਰਜੁਨੀਕੋਂਡਾ ਵਿਖੇ ਗੋਦਾਵਰੀ ਡੈਲਟਾ ਵਿੱਚ ਸੰਤੂਪ ਸਥਾਪਿਤ ਕੀਤੇ ਗਏ ਨੇ, ਪਰੰਤੂ ਉਹ ਹੁਣ ਨਹੀਂ ਹਨ। ਦੇਖੋ ਜੀ, ਆਹ ਸਾਡੇ ਕੋਲੇ ਨਾਗ ਅਰਜੁਨੀਕੋਂਡਾ ਵਿਖੇ ਸੰਤੂਪ ਆ ਜਿਹੜਾ ਬਹੁਤ ਮਸ਼ਹੂਰ ਹੈਗਾ। ਤਾਂ ਇਹ ਚਿੱਤਰ ਦੇ ਵਿੱਚ ਦਿਖਾਇਆ ਗਿਆ ਹੈ। ਦੱਖਣ ਅਤੇ ਦੱਖਣੀ ਭਾਰਤ ਦੀ ਮਹਾਂ ਪਛਾਣ ਸੰਸਕ੍ਰਿਤੀ। 200 ਈਸਵੀ ਪੂਰਵ ਵਿੱਚ ਲੋਹੇ ਦੀ ਖੋਜ ਭਾਰਤੀ ਸੱਭਿਅਤਾ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਕੜੀ ਮੰਨੀ ਜਾਂਦੀ ਹੈ। ਲੋਹਾ ਤਾਂਬਾ ਅਤੇ ਕਾਂਸੇ ਨਾਲੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ, ਇਸ ਲਈ ਇਹ ਜ਼ਿਆਦਾ ਲਾਭਦਾਇਕ ਹੈ। ਇਹ ਜਲਦੀ ਹੀ ਲੋਕਪ੍ਰਿय ਹੋ ਗਿਆ ਅਤੇ ਲੋਕਾਂ ਨੇ ਇਸ ਦੇ ਔਜ਼ਾਰ, ਹਥਿਆਰ, ਭਾਂਡੇ ਬਣਾਉਣੇ ਸ਼ੁਰੂ ਕੀਤੇ।
ਦੱਖਣ ਅਤੇ ਭਾਰਤ ਵਿੱਚ ਇਸ ਦਾ ਪ੍ਰਯੋਗ ਲਗਭਗ 1200 ਈਸਵੀ ਪੂਰਵ ਵਿੱਚ ਸ਼ੁਰੂ ਕੀਤਾ ਗਿਆ। ਇਸ ਦੀ ਵਰਤੋਂ ਕਰਨ ਵਾਲੇ ਲੋਕ ਮਹਾਂਪਛਾਣ ਨਿਰਮਾਤਾ ਦੇ ਨਾਂ ਨਾਲ ਪ੍ਰਸਿੱਧ ਹੋਏ। ਤਾਂ ਜਿਹੜੇ ਲੋਕ ਦੱਖਣ ਦੇ ਵਿੱਚ ਹਥਿਆਰ ਅਤੇ ਭਾਂਡੇ ਬਣਾਉਂਦੇ ਸੀਗੇ 200 ਈਸਵੀ ਦੇ ਵਿੱਚ ਲੋਹੇ ਦਾ, ਤਾਂ ਉਹਨਾਂ ਨੂੰ ਕੀ ਬੋਲਦੇ ਸੀ? ਲੋਕ ਮਹਾਂਪਛਾਣ ਨਿਰਮਾਤਾ ਕਹਿੰਦੇ ਸੀ। ਇਹ ਨਾਂ ਉਹਨਾਂ ਦੇ ਮੁਰਦਿਆਂ ਨੂੰ ਦਫਨਾਉਣ ਦੇ ਇੱਕ ਖਾਸ ਰਿਵਾਜ ਕਾਰਨ ਦਿੱਤਾ ਗਿਆ। ਕਿਸੇ ਵਿਸ਼ਾਲ ਪੱਥਰ ਨੂੰ ਮਹਾਂਪਛਾਣ ਕਿਹਾ ਜਾਂਦਾ ਹੈ। ਇਹ ਲੋਕ ਮੁਰਦਿਆਂ ਨੂੰ ਦਫਨਾ ਕੇ ਉਹਨਾਂ ਦੇ ਚਾਰੇ ਪਾਸੇ ਵਿਸ਼ਾਲ ਪੱਥਰਾਂ ਦਾ ਇੱਕ ਘੇਰਾ ਬਣਾਉਂਦੇ ਸਨ। ਇਸ ਤਰ੍ਹਾਂ ਇੱਕ ਗੋਲ ਬਾੜਾ ਬਣ ਜਾਂਦਾ ਸੀ। ਇਸ ਤਰ੍ਹਾਂ ਦੀਆਂ ਕਬਰਾਂ ਦੁਨੀਆ ਦੇ ਹੋਰ ਭਾਗਾਂ ਵਿੱਚ ਪ੍ਰਾਪਤ ਹੋਈਆਂ ਹਨ। ਹੋ ਸਕਦਾ ਹੈ ਕਿ ਇਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਹੋਵੇ ਕਿ ਮਨੁੱਖ ਮਰਨ ਤੋਂ ਬਾਅਦ ਦੂਜੀ ਦੁਨੀਆ ਵਿੱਚ ਚਲੇ ਜਾਂਦੇ ਹਨ ਅਤੇ ਉਹਨਾਂ ਨੂੰ ਉੱਥੇ ਵੀ ਆਪਣੀਆਂ ਵਸਤੂਆਂ ਦੀ ਜ਼ਰੂਰਤ ਪੈਂਦੀ ਹੋਵੇਗੀ। ਇਸ ਲਈ ਮਰਨ ਵਾਲਿਆਂ ਦੀਆਂ ਵਸਤੂਆਂ ਜਿਵੇਂ ਭਾਂਡੇ, ਔਜ਼ਾਰ, ਹਥਿਆਰ ਉਹਨਾਂ ਦੇ ਨਾਲ ਹੀ ਦਫਨਾ ਦਿੱਤੇ ਜਾਂਦੇ ਸੀ। ਖੁਦਾਈ ਸਮੇਂ ਪ੍ਰਾਪਤ ਹੋਈਆਂ ਇਹਨਾਂ ਵਸਤੂਆਂ ਦੀ ਖੋਜ ਉਸ ਸਮੇਂ ਦੀ ਸੰਸਕ੍ਰਿਤੀ ਜਾਣਨ ਬਾਰੇ ਸਹਾਇਤਾ ਕਰਦੀ ਹੈ। ਤਾਂ ਪਿਆਰੇ ਬੱਚਿਓ, ਹੁਣ ਸਾਨੂੰ ਜਿਹੜੀ ਖੁਦਾਈ ਜਦੋਂ ਮਿਲਦੀ ਆ ਤਾਂ ਉਹਨਾਂ ਦਾ ਵਿਚਾਰ ਸੀਗਾ ਜਿਹੜੇ ਜਦੋਂ ਕੋਈ ਬੰਦਾ ਮਰ ਜਾਂਦਾ ਕਿ ਉਹ ਦੂਜੀ ਦੁਨੀਆ ਦੇ ਵਿੱਚ ਚਲੇ ਜਾਂਦੇ ਆ ਤਾਂ ਉਹਨਾਂ ਨੂੰ ਉੱਥੇ ਭਾਂਡਿਆਂ ਦੀ, ਹਥਿਆਰਾਂ ਦੀ, ਔਜ਼ਾਰਾਂ ਦੀ ਲੋੜ ਹੁੰਦੀ ਆ, ਤਾਂ ਉਹ ਉਹਨਾਂ ਦੇ ਭਾਂਡੇ, ਔਜ਼ਾਰ, ਹਥਿਆਰ ਉਹਨਾਂ ਦੇ ਨਾਲ ਦਫਨਾ ਦਿੰਦੇ ਸੀਗੇ। ਅਤੇ ਜਦੋਂ ਅਸੀਂ ਹੁਣ ਖੁਦਾਈ ਕਰਦੇ ਹਾਂ ਤਾਂ ਉਹ ਸੰਸਕ੍ਰਿਤੀ ਸਾਡੀ ਯਾਦ ਆਉਂਦੀ ਆ, ਤਾਂ ਉਹਨਾਂ ਵਸਤੂਆਂ ਬਾਰੇ ਸਾਨੂੰ ਜਾਣਨ ਦੀ ਸਹਾਇਤਾ ਮਿਲਦੀ ਹੈ। ਤਾਂ ਅਸੀਂ ਉਹਨਾਂ ਦੀਆਂ ਜਿਹੜੀਆਂ 1200 ਈਸਵੀ ਦੀਆਂ ਗੱਲਾਂ ਨੇ ਜਿਹੜੀਆਂ ਅਸੀਂ ਜਾਣ ਸਕਦੇ ਹਾਂ। ਮਹਾਂਪਛਾਣ ਕਾਲ ਦੇ ਖੰਡਰ ਕਈ ਸਥਾਨਾਂ ਦਾ ਮਿਲੇ ਹਨ, ਜਿਵੇਂ ਕਿ ਮਹਾਰਾਸ਼ਟਰ ਵਿੱਚ ਇਨਾਮਗਾਓ, ਤਕਲਾਕਾਟ, ਮੂਹਰਝੜੀ, ਦੱਖਣ ਭਾਰਤ ਵਿੱਚ ਮਾਸ਼ਕੀ, ਗੋਪਬਲ, ਬ੍ਰਹਮਗਿਰੀ। ਇਹ ਲੋਕ ਕਾਲੇ ਅਤੇ ਲਾਲ ਰੰਗ ਦੇ ਮਿੱਟੀ ਦੇ ਬਰਤਨ ਵਰਤਦੇ ਸਨ। ਇਸ ਕਾਰਨ ਇਹਨਾਂ ਨੂੰ ਕਾਲੇ ਅਤੇ ਲਾਲ ਬਰਤਨਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਜਿਹੜੇ ਇਹ ਲੋਕ ਸੀਗੇ ਮਹਾਂਪਛਾਣ ਦੇ ਕਾਲ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਇਨਾਮਗਾਓ, ਤਕਲਾਕਾਟ, ਮੂਹਰਝੜੀ, ਦੱਖਣੀ ਭਾਰਤ ਦੇ ਵਿੱਚ, ਤਾਂ ਜਿਹੜੇ ਇਹ ਲੋਕ ਸੀਗੇ ਜਿਹੜਾ ਕਾਲਾ ਅਤੇ ਲਾਲ ਰੰਗ ਬਰਤਨ ਵਰਤਦੇ ਸੀ, ਤਾਂ ਇਹਨਾਂ ਨੂੰ ਕਾਲੇ ਅਤੇ ਲਾਲ ਬਰਤਨਾਂ ਦੇ ਨਾਂ ਨਾਲ ਹੀ ਜਾਣਨ ਲੱਗ ਪਿਆ ਸੀ ਇਹਨਾਂ ਦੇ ਨਾਮ। ਇਹਨਾਂ ਵਿੱਚੋਂ ਕਈ ਤਰ੍ਹਾਂ ਦੇ ਘੋੜੇ ਅਤੇ ਦੂਜੇ ਬਰਤਨ ਸ਼ਾਮਿਲ ਸਨ। ਕਈ ਬਰਤਨ ਚੱਕ ਉੱਤੇ ਬਣਾਏ ਜਾਂਦੇ ਸਨ। ਤਾਮਿਲਨਾਡੂ ਵਿੱਚ ਕੁਝ ਵੱਡੇ ਘੜਿਆਂ ਵਿੱਚ ਸਵਾਹ ਅਤੇ ਹੱਡੀਆਂ ਭਰੀਆਂ ਹੋਈਆਂ ਪ੍ਰਾਪਤ ਹੋਈਆਂ ਹਨ। ਲੋਕ ਖੇਤੀਬਾੜੀ ਅਤੇ ਸ਼ਿਕਾਰ ਦੋਵੇਂ ਤਰ੍ਹਾਂ ਦੇ ਕਿੱਤੇ ਕਰਦੇ ਸਨ। ਦਾਤੀ, ਕੁਹਾੜੀ, ਕੁੰਦਾਲ ਵਰਗੇ ਔਜ਼ਾਰ ਅਤੇ ਚਾਵਲਾਂ ਦੀ ਖੋਜ ਤੋਂ ਪਤਾ ਲੱਗਦਾ ਹੈ ਕਿ ਖੇਤੀ ਦਾ ਕਿੱਤਾ ਕਾਫੀ ਉੱਨਤ ਸੀ, ਪਰੰਤੂ ਭਾਲੇ, ਛੁਰੇ, ਤੀਰਾਂ ਦੇ ਨੁਕੀਲੇ, ਇਸੇ ਆਦਿ ਹਥਿਆਰਾਂ ਦੀ ਮਾਤਰਾ ਜ਼ਿਆਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ਿਕਾਰ ਜ਼ਿਆਦਾ ਲੋਕਪ੍ਰਿਯ ਸੀ। ਤਾਂ ਪਿਆਰੇ ਬੱਚਿਓ, ਜਿਹੜੇ ਆਹ ਸੰਦ ਦਿਖਾਏ ਹੋਏ ਨੇ ਇਹਦੇ ਵਿੱਚ ਭਾਲੇ, ਛੁਰੇ, ਤੀਰ ਦਿਖਾਏ ਹੋਏ ਆ, ਕਿਉਂਕਿ ਉਦੋਂ ਜਿਹੜੇ ਸੰਦ ਸੀ ਉਹ ਔਜ਼ਾਰ ਇਹਨਾਂ ਦੇ ਸੀਗੇ। ਮਹਾਂਪਛਾਣ ਯੁੱਗ ਦੇ ਔਜ਼ਾਰ ਤਾਂ ਇਹ ਪੱਥਰਾਂ ਦੇ ਬਣੇ ਹੋਏ ਸੀਗੇ। ਤਾਂ ਇਹ ਵੱਡੇ ਜਿਹੜੇ ਸੀਗੇ ਰਾਜੇ ਮਹਾਰਾਜੇ ਉਹ ਇਹਨਾਂ ਦੇ ਨਾਲ ਹੀ ਕੀ ਕਰਦੇ ਸੀਗੇ, ਆਪਣਾ ਸ਼ਿਕਾਰ ਕਰਦੇ ਸੀਗੇ। ਤਾਂ ਇੱਥੋਂ ਪਤਾ ਲੱਗਦਾ ਕਿ ਜਿਹੜੇ ਲੋਕ ਸੀਗੇ ਉਸ ਟਾਈਮ ਸ਼ਿਕਾਰ ਦੇ ਸ਼ੌਂਕੀ ਸਨ। ਤਾਂ ਭਾਲੇ ਜਿਹੜੇ ਸਾਰੇ ਸੰਦ ਸੀ ਉਹ ਕਿਹਦੇ ਬਣਦੇ ਸੀ? ਇਹਨਾਂ ਦੇ ਹੀ ਬਣਦੇ ਸੀ। ਤਾਂ ਇਹ ਸੀ ਉੱਤਰ ਦੇ ਵਿੱਚ। ਹੁਣ ਅਸੀਂ ਚੱਲਦੇ ਹਾਂ ਦੱਖਣ ਭਾਰਤ ਦੇ ਵਿੱਚ। ਚੌਲ ਮੰਡਲ, ਕੋਰ ਮੰਡਲ ਚੌਲ ਰਾਜ ਕਾਵੇਰੀ ਡੈਲਟਾ ਵਿੱਚ ਸਥਿਤ ਸੀ ਅਤੇ ਇਸ ਦੀ ਰਾਜਧਾਨੀ ਉਰਜੋਰ ਵਰਤਮਾਨ ਤ੍ਰਿਚਨਪਾਲੀ ਸੀ। ਤਾਂ ਜਿਹੜੀ ਉਦੋਂ ਕਿਹੜੀ ਸੀ ਇਹ? ਉਰਚੋਰ, ਅਤੇ ਹੁਣ ਵਰਤਮਾਨ ਦੇ ਵਿੱਚ ਇਹਦਾ ਨਾਂ ਹੈਗਾ ਤ੍ਰਿਚਨਪਾਲੀ। ਇੱਕ ਪ੍ਰਸਿੱਧ ਚੌਲ ਰਾਜਾ ਕਾਰੀਕਲ ਨੇ ਗਮਾਂਡੀ ਚੇਰ ਅਤੇ ਪਾਂਡਵ ਰਾਜਾ ਉੱਤੇ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ। ਪਾਂਡਵ ਰਾਜ ਦੀ ਰਾਜਧਾਨੀ ਮਦੁਰਾ ਸੀ। ਪਾਂਡਵ ਰਾਜ ਆਪਣੇ ਮੋਤੀਆਂ ਦੇ ਵਪਾਰ ਲਈ ਪ੍ਰਸਿੱਧ ਸੀ।
ਕਿਹਦੇ ਲਈ ਪ੍ਰਸਿੱਧ ਸੀ? ਮੋਤੀਆਂ ਦੇ ਵਪਾਰ ਦੇ ਲਈ। ਨੇਂਦੂਜਾਨ ਇੱਕ ਪ੍ਰਸਿੱਧ ਪਾਂਡਵ ਸ਼ਾਸਕ ਮਧੁਰ ਵਿਖੇ ਹੋਣ ਵਾਲੀਆਂ ਮਹਾਨ ਸਾਹਿਤਕ ਸਭਾਵਾਂ ਦੇ ਸਰਪ੍ਰਸਤਾਂ ਵਿੱਚੋਂ ਸ਼ਾਇਦ ਇੱਕ ਸੀ। ਚੇਰ ਰਾਜਾ ਦਾ ਕੇਰਲ ਪੁੱਤਰ, ਜਿਸ ਵਿੱਚ ਸਮੁੰਦਰ ਅਤੇ ਪੱਛਮੀ ਘਾਟਾਂ ਵਿਚਕਾਰਲੀ ਜ਼ਮੀਨ ਦੀ ਤੰਗੀ ਪੱਟੀ ਸ਼ਾਮਲ ਸੀ। ਇਸ ਵਿੱਚ ਮਾਲਾਬਾਰ, ਕੋਚੀਨ, ਵਰਤਮਾਨ ਟਰਾਵਣਕੋਰ ਸ਼ਾਮਿਲ ਸਨ। ਇਸ ਦੀ ਰਾਜਧਾਨੀ ਵੰਜੀ ਸੀ। ਪਿਰੂਨਾਰ, ਆਦਨ ਦੂਜਾ, ਸੈਨਗੁਤੇਵਾਲ ਆਦਿ ਮਹਾਨ ਸ਼ਾਸਕ ਸਨ। ਇਹ ਜਾਪਦਾ ਸੀ ਕਿ ਚੇਰ ਰਾਜ ਦੇ ਰੋਮ ਅਤੇ ਮਿਸਰ ਨਾਲ ਪਹਿਲੀ ਸਦੀ ਈਸਵੀ ਤੋਂ ਸੰਬੰਧ ਸਥਾਪਿਤ ਹੋ ਗਏ ਸਨ। ਤਾਂ ਜਿਹੜੇ ਚੇਰ ਸੀ ਉਹਨਾਂ ਦੇ ਜਿਹੜੇ ਰੋਮ ਅਤੇ ਮਿਸਰ ਦੇ ਨਾਲ ਕੀ ਸੀਗੇ, ਪਹਿਲੀ ਸਦੀ ਦੇ ਵਿੱਚ ਹੀ ਸੰਬੰਧ ਸੀਗੇ ਜਿਹੜੇ ਸਾਹਮਣੇ ਆਉਣ ਲੱਗ ਪਏ ਸੀਗੇ। ਤਾਂ ਇਹਨਾਂ ਦੀ ਰਾਜਧਾਨੀ ਵੰਜੀ ਸੀ। ਤਾਂ ਕੋਚੀਨ, ਵਰਤਮਾਨ ਟਰਾਵਣਕੋਰ ਸ਼ਾਮਿਲ ਸੀ ਇਹਦੇ ਵਿੱਚ। ਤਾਂ ਉੱਥੇ ਜਿਹੜੀ ਜ਼ਮੀਨ ਦੀ ਪੱਟੀ ਸੀ ਜਿਹੜੀ ਉਹ ਬਹੁਤ ਤੰਗ ਸੀ ਪੱਛਮੀ ਘਾਟਾਂ ਦੇ ਵਿੱਚ। ਤਾਂ ਜਿਹੜਾ ਵਪਾਰ ਸੀ ਉਹਨਾਂ ਦਾ ਚੌਲ, ਪਾਂਡਵ, ਚੇਰ, ਇਹ ਤਿੰਨੇ ਰਾਜ ਮਿਸਰ, ਅਰਬ, ਰੋਮ ਸਾਮਰਾਜ ਅਤੇ ਪੂਰਬ ਵੱਲ ਮਲਾਇਆ, ਚੀਨ ਵੱਲ ਵਪਾਰ ਕਰਦੇ ਸਨ। ਟੋਡੀ, ਮੁਜੀਰਿਸੀ, ਕਵੇਰੀਪਟਨਮ, ਆਰਕੀਮੇਡੂ, ਕਾਰਕਾਈ ਵਪਾਰਿਕ ਸੈਂਟਰਾਂ ਵਿੱਚੋਂ ਕੁਝ ਸਨ ਜੋ ਸਮੁੰਦਰੋਂ ਪਾਰ ਵਪਾਰ ਕਰਕੇ ਖੁਸ਼ਹਾਲ ਹੋਏ ਸਨ। ਕੀਮਤੀ ਪੱਥਰ, ਮਸਾਲੇ, ਹਾਥੀ ਦੰਦ, ਮੋਤੀ, ਸਿਲਕ, ਮਲਮਲ, ਵਧੀਆ ਸੂਤੀ ਕੱਪੜਾ, ਪੰਛੀ ਅਤੇ ਪਸ਼ੂ ਜਿਵੇਂ ਮੋਰ ਅਤੇ ਬਾਂਦਰਾਂ ਬਾਹਰਲੇ ਦੇਸ਼ਾਂ ਵਿੱਚ ਭੇਜੇ ਜਾਂਦੇ ਸਨ। ਰੋਮ ਦੇ ਲੋਕ ਸ਼ੁੱਧ ਸੋਨੇ ਨਾਲ ਭਾਰਤੀ ਵਸਤੂਆਂ ਖਰੀਦਦੇ ਸਨ। ਰੋਮ ਦੇ ਸੋਨੇ ਨਾਲ ਦੱਖਣ ਦੇ ਭਾਰਤੀ ਰਾਜ ਅਮੀਰ ਹੋ ਗਏ ਸਨ। ਤਾਂ ਵਪਾਰ ਸੀ ਜਿਹੜਾ ਉਹਨਾਂ ਦਾ ਤਿੰਨ ਰਾਜ ਸੀਗੇ, ਮਿਸਰ, ਅਰਬ ਅਤੇ ਰੋਮ, ਅਤੇ ਮਲਾਇਆ ਚੀਨ ਦੇ ਨਾਲ ਉਹਨਾਂ ਦਾ ਵਪਾਰ ਸੀਗਾ। ਤਾਂ ਕੁਝ ਜਿਹੜੇ ਵਪਾਰਿਕ ਸੈਂਟਰ ਸੀ ਟੋਡੀ, ਮੁਜਰਿਸ, ਠੀਕ ਆ, ਕਵੇਰੀਪਟਨਮ, ਆਰਕੀਮੇਡੂ, ਜਿਹੜੇ ਸਮੁੰਦਰ ਪਾਰ ਵਪਾਰ ਕਰਦੇ ਸੀ ਉਹ ਖੁਸ਼ਹਾਲ ਸੀ। ਉਹ ਕੀਮਤੀ ਪੱਥਰ, ਮਸਾਲੇ, ਹਾਥੀ ਦੰਦ, ਮੋਤੀ, ਮਲਮਲ ਦਾ ਕੱਪੜਾ, ਸੂਤੀ ਕੱਪੜਾ, ਪੰਛੀਆਂ ਅਤੇ ਪਸ਼ੂ ਜਿਵੇਂ ਮੋਰ, ਬਾਂਦਰ ਬਾਹਰਲੇ ਦੇਸ਼ਾਂ ਵਿੱਚ ਕੀ ਕਰਦੇ ਸੀ ਉਹ ਭੇਜਦੇ ਸੀਗੇ। ਲੋਕ ਜਿਹੜੇ ਸ਼ੁੱਧ ਸੋਨਾ ਭਾਰਤੀ ਵਸਤੂਆਂ ਖਰੀਦਦੇ ਸੀਗੇ। ਰੋਮ ਦੇ ਸੋਨੇ ਨਾਲ ਦੱਖਣ ਅਤੇ ਭਾਰਤੀ ਰਾਜ ਕੀ ਹੋ ਰਹੇ ਸੀਗੇ, ਅਮੀਰ ਹੋ ਰਹੇ ਸੀ। ਲੋਕਾਂ ਦਾ ਜਿਹੜਾ ਜੀਵਨ ਸੀਗਾ, ਦੱਖਣ ਭਾਰਤ ਦੇ ਜ਼ਿਆਦਾਤਰ ਲੋਕ ਪਿੰਡਾਂ ਵਿੱਚ ਰਹਿੰਦੇ ਸੀਗੇ। ਲੋਕਾਂ ਦਾ ਮੁੱਖ ਕਿੱਤਾ ਸੀ ਜਿਹੜਾ ਖੇਤੀਬਾੜੀ ਕਰਨਾ ਸੀ। ਹੁਣ ਵੀ ਮੁੱਖ ਕਿੱਤਾ ਜਿਹੜੇ 70% ਲੋਕ ਨੇ ਖੇਤੀ ਕਰਦੇ ਆ, ਤਾਂ ਉਦੋਂ ਦਾ ਕਿੱਤਾ ਵੀ ਖੇਤੀ ਹੀ ਸੀਗਾ। ਜ਼ਿਆਦਾਤਰ ਲੋਕ ਕਿੱਥੇ ਰਹਿੰਦੇ ਆ, ਪਿੰਡਾਂ ਦੇ ਵਿੱਚ। ਹੁਣ ਵੀ ਸਾਡੀ ਜਿਹੜੀ ਜਨਸੰਖਿਆ ਉਹ 65 ਤੋਂ 70% ਪਿੰਡਾਂ ਦੇ ਵਿੱਚ ਰਹਿੰਦੀ ਆ। ਸ਼ਾਹੀ ਖਾਨਦਾਨ, ਅਮੀਰ ਲੋਕ ਨਗਰਾਂ ਅਤੇ ਅੰਦਰੂਨੀ ਭਾਗਾਂ ਵਿੱਚ ਰਹਿੰਦੇ ਸੀਗੇ। ਸਮਝ ਗਏ, ਅਮੀਰ ਲੋਕ ਸੀ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਸੀ। ਬਹੁਤ ਸਾਰੇ ਵਪਾਰੀ ਅਤੇ ਕਾਰੀਗਰ ਤੱਟਾਂ ਨਾਲ ਲੱਗਦੇ ਨਗਰਾਂ ਵਿੱਚ ਰਹਿੰਦੇ ਸੀਗੇ ਜਿੱਥੇ ਵਪਾਰ ਕਰਨਾ ਸੌਖਾ ਹੁੰਦਾ ਸੀ। ਲੋਕ ਆਪਣੇ ਕਿੱਤਿਆਂ ਅਤੇ ਹੁਨਰਾਂ 'ਤੇ ਟੈਕਸ ਦਿੰਦੇ ਸੀ। ਸੰਗੀਤ, ਨਾਚ, ਕਵਿਤਾ ਉਚਾਰਨ, ਜੂਆ ਆਦਿ ਮਨੋਰੰਜਨ ਦੀਆਂ ਕਿਸਮਾਂ ਸਨ। ਤਾਂ ਉਦੋਂ ਜਿਹੜਿਆਂ ਮਨੋਰੰਜਨ ਦੇ ਸਾਧਨ ਸੀ ਉਹ ਸੰਗੀਤ ਸੀ, ਨੱਚਣਾ ਸੀ, ਕਵਿਤਾ ਸੁਣਾਉਣੀਆਂ ਸੀ, ਕਵਿਤਾ ਗਾਉਣੀਆਂ ਸੀ, ਜੂਆ ਖੇਡਣਾ ਸੀ। ਤਾਂ ਉਦੋਂ ਦੀਆਂ ਜਿਹੜੀਆਂ ਇਹ ਮੇਨ ਜਿਹੜੀਆਂ ਕਿਸਮਾਂ ਸੀਗੀਆਂ ਮਨੋਰੰਜਨ ਦੀਆਂ। ਬੀਨਾਂ, ਬੰਸਰੀਆਂ, ਤਾਰਾਂ ਦੀ ਤਰੰਗ ਵਾਲੇ ਔਜ਼ਾਰ ਅਤੇ ਢੋਲ ਵਰਗੇ ਸੁਰੀਲੇ ਸੰਗੀਤ ਦੇ ਔਜ਼ਾਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਜਿਸ ਤਰ੍ਹਾਂ ਹੁਣ ਡੀਜੇ ਆ, ਉਦੋਂ ਜਿਹੜੇ ਸੀ ਡੀਜੇ ਦੀ ਥਾਂ 'ਤੇ ਬੀਨਾਂ, ਬੰਸਰੀਆਂ, ਤਾਰ ਨੇ ਜਿਹੜੀਆਂ ਸਰੰਗੀਆਂ ਨੇ ਜਿਹੜੀਆਂ, ਠੀਕ ਆ, ਜਿਵੇਂ ਚਮਕੀਲੇ ਦੇ ਤੁਸੀਂ ਗਾਣਿਆਂ 'ਚ ਸੁਣਿਆ ਹੋਣਾ, ਤਾਰਾਂ ਦੀ ਜਿਹੜੀ ਤਰੰਗ ਆ, ਤਾਂ ਇਸ ਤਰ੍ਹਾਂ ਦੇ ਔਜ਼ਾਰ ਸੀ। ਢੋਲ ਤਾਂ ਤੁਸੀਂ ਦੇਖਦੇ ਹੋ ਸੁਰੀਲੇ ਸੰਗੀਤ ਔਜ਼ਾਰ ਸੀਗੇ ਜਿਹੜੇ ਉਸ ਟਾਈਮ ਦੇ ਪ੍ਰਸਿੱਧ ਸੀਗੇ। ਧਰਮ, ਉੱਤਰੀ ਭਾਰਤ ਦੇ ਧਾਰਮਿਕ ਵਿਚਾਰ ਜਿਵੇਂ ਕਿ ਵੈਦਿਕ ਦੇਵਤਿਆਂ ਦੀ ਪੂਜਾ, ਬੁੱਧ ਮਤ, ਜੈਨ ਮਤ ਦੇ ਸਿਧਾਂਤ ਦੱਖਣੀ ਲੋਕਾਂ ਵਿੱਚ ਮਸ਼ਹੂਰ ਸਨ। ਫਿਰ ਵੀ ਬਹੁਤ ਸੰਖਿਆ ਵਿੱਚ
ਲੋਕਾਂ ਨੇ ਆਪਣੇ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਰੱਖੀ। ਉੱਤਰ ਦਿਸ਼ਾ ਵੱਲ ਕਾਰਤਿਕ ਨਾਂ ਨਾਲ ਜਾਣਿਆ ਜਾਂਦਾ ਮੋਰਗਨ ਦੱਖਣ ਵਿੱਚ ਇੱਕ ਪ੍ਰਸਿੱਧ ਦੇਵਤਾ ਸੀ। ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਇੱਕ ਬਹੁਤ ਵੱਡਾ ਹਿੱਸਾ ਸਮੁੰਦਰੀ ਦੇਵਤਿਆਂ ਦੀ ਪੂਜਾ ਕਰਦਾ ਸੀ। ਈਸਾਈ ਮਤ 100 ਈਸਵੀ ਵਿੱਚ ਦੱਖਣੀ ਏਸ਼ੀਆ ਵਿੱਚ ਇੱਕ ਨਵਾਂ ਧਰਮ ਈਸਾਈ ਉਤਪੰਨ ਹੋਇਆ ਜੋ ਭਾਰਤ ਵਿੱਚ ਲਿਆਂਦਾ ਗਿਆ। ਇਸ ਦਾ ਧਰਮ ਉਪਦੇਸ਼ ਈਸਾ ਮਸੀਹ ਦੁਆਰਾ ਦਿੱਤਾ ਗਿਆ। ਇਹ ਮੁੱਢਲੇ ਯਹੂਦੀ ਧਰਮ 'ਤੇ ਆਧਾਰਿਤ ਸੀ ਜਿਹੜਾ ਸਿਰਫ ਇੱਕ ਪਰਮਾਤਮਾ ਦੀ ਪੂਜਾ ਕਰਨ ਦੀ ਸਿੱਖਿਆ ਦਿੰਦਾ ਸੀ। ਈਸਾਈ ਧਰਮ ਦਾ ਸਾਰੇ ਯੂਰਪ ਵਿੱਚ ਬਹੁਤ ਸਾਰੇ ਰੂਪਾਂ ਵਿੱਚ ਪ੍ਰਸਾਰ ਹੋਇਆ। ਜਿੱਥੇ ਇਹ ਇੱਕ ਪ੍ਰਸਿੱਧ ਧਰਮ ਬਣ ਗਿਆ, ਭਾਰਤ ਵਿੱਚ ਈਸਾਈ ਧਰਮ ਦਾ ਪ੍ਰਸਾਰ ਸਭ ਤੋਂ ਪਹਿਲਾਂ ਮਾਲਾਬਾਰ ਤੱਟ ਤੇ ਚੇਨਈ ਮਦਰਾਸ ਦੇ ਲੋਕਾਂ ਵਿੱਚ ਹੋਇਆ। ਸਿੱਲਾ ਲੇਖ ਦੇ ਪ੍ਰਮਾਣਾਂ ਤੋਂ ਪਤਾ ਲੱਗਦਾ ਹੈ ਕਿ 700 ਈਸਵੀ ਤੋਂ ਕੇਰਲਾ ਵਿੱਚ ਈਸਾਈ ਭਾਰਤੀ ਭਾਈਚਾਰੇ ਰਹਿੰਦੇ ਸਨ। ਤਾਂ ਪਿਆਰੇ ਬੱਚਿਓ, ਈਸਾਈ ਧਰਮ ਦਾ ਜਿਹੜਾ ਪ੍ਰਚਾਰ ਸੀ ਯੂਰਪ ਦੇ ਵਿੱਚ ਜ਼ਿਆਦਾ ਹੋਇਆ। ਭਾਰਤ ਦੇ ਵਿੱਚ ਮਾਲਾਬਾਰ ਦੇ ਤੱਟ ਦੇ ਉੱਤੇ ਚੇਨਈ ਮਦਰਾਸ ਦੇ ਲੋਕਾਂ ਵਿੱਚ ਹੋਇਆ। ਤਾਂ ਇਹ ਸਾਨੂੰ ਜਿਹੜਾ ਪ੍ਰਮਾਣ ਆ ਉਹ ਕਿੱਥੋਂ ਪਤਾ ਲੱਗਦਾ? 700 ਈਸਵੀ ਵਿੱਚ ਕੇਰਲਾ ਈਸਾਈ ਭਾਰਤੀ ਭਾਈਚਾਰੇ ਤੋਂ ਵਿੱਚ ਰਹਿੰਦੇ ਹੋਏ ਪਤਾ ਲੱਗਿਆ। ਤਾਂ ਅਸੀਂ ਹੁਣ ਕਰਦੇ ਹਾਂ ਉੱਤਰੀ ਭਾਰਤ ਦੀ ਗੱਲ। ਉੱਤਰੀ ਭਾਰਤ ਪਾਠਾਂ ਵਿੱਚ ਅਸੀਂ ਸਿਕੰਦਰ ਬਾਰੇ ਪੜ੍ਹਿਆ ਸੀ। ਉਸ ਨੇ 300 ਈਸਵੀ ਪੂਰਵ ਵਿੱਚ ਭਾਰਤ ਤੋਂ ਵਾਪਸ ਜਾਣ ਸਮੇਂ ਜਿੱਤੇ ਹੋਏ ਖੇਤਰਾਂ ਵਿੱਚ ਗਵਰਨਰ ਨਿਯੁਕਤ ਕਰ ਦਿੱਤੇ ਸੀ। ਉਹ ਗਵਰਨਰ ਭਾਰਤ ਅਤੇ ਸਰਹੱਦੀ ਖੇਤਰਾਂ ਵਿੱਚ ਰਾਜ ਕਰਨ ਲੱਗੇ। ਇਹਨਾਂ ਨੂੰ ਇੰਡੋ ਗ੍ਰੀਕ ਨਾਂ ਨਾਲ ਜਾਣਿਆ ਜਾਂਦਾ ਹੈ। ਮੌਰੀਆ ਰਾਜ ਦੇ ਪਤਨ ਤੋਂ ਬਾਅਦ ਭਾਰਤ ਨੇ ਦੁਬਾਰਾ ਭਾਰਤ ਉੱਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ। ਡਮਿਸਟਰੀਅਲ ਇਹਨਾਂ ਵਿੱਚੋਂ ਇੱਕ ਸੀ। ਇੱਕ ਹੋਰ ਪ੍ਰਸਿੱਧ ਯੂਨਾਨੀ ਮਨਿੰਦਰ ਸੀ ਜਿਸ ਨੇ ਪੁਸ਼ਪਮਿਤਰਾ ਸੁੰਗ ਦੇ ਕਾਲ 'ਤੇ ਹਮਲਾ ਕੀਤਾ। ਉਸ ਨੇ ਪੰਜਾਬ ਸਮੇਤ ਅੱਜ ਕੱਲ੍ਹ ਦਾ ਪਾਕਿਸਤਾਨ ਅਤੇ ਕਸ਼ਮੀਰ ਦੇ ਕੁਝ ਹਿੱਸਿਆਂ 'ਤੇ ਕਬਜ਼ਾ ਕਰ ਲਿਆ। ਤਾਂ ਜਿਹੜਾ ਮੈਂ ਬ੍ਰੈਕਟ ਦੇ ਵਿੱਚ ਲਿਖਿਆ ਹੋਇਆ ਅੱਜ ਕੱਲ੍ਹ ਦਾ ਪਾਕਿਸਤਾਨ ਮਤਲਬ ਜਿਹੜਾ ਪੰਜਾਬ ਦਾ ਹਿੱਸਾ ਪਾਕਿਸਤਾਨ ਦੇ ਵਿੱਚ ਚਲਾ ਗਿਆ। ਕਸ਼ਮੀਰ ਦੇ ਕੁਝ ਹਿੱਸਿਆਂ ਦੇ ਉੱਤੇ ਕਬਜ਼ਾ ਕੀਤਾ। ਬੁੱਧ ਸਾਹਿਤ ਇਹ ਸਮਰਾਟ ਮਲਿੰਦ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਨੇ ਬੁੱਧ ਧਰਮ ਨੂੰ ਅਪਣਾ ਲਿਆ। ਕਿਹਨੇ ਅਪਣਾ ਲਿਆ? ਸਮਰਾਟ ਮਲਿੰਦ ਨੇ। ਸ਼ਕ ਮੱਧ ਏਸ਼ੀਆ ਤੋਂ ਆਈਆਂ ਜਾਤੀਆਂ ਵਿੱਚ ਸਿਥੀਅਨਸ ਇੱਕ ਕਬੀਲਾ ਸੀ ਜਿਨ੍ਹਾਂ ਨੂੰ ਸਥਿਤ ਕਿਹਾ ਜਾਂਦਾ ਸੀ। ਇਹ ਹਮਲਾਵਰ ਦੇ ਰੂਪ ਵਿੱਚ ਭਾਰਤ ਆਏ ਸੀ, ਇੱਥੇ ਹੀ ਬਸ ਗਏ। ਤਾਂ ਇਹਨਾਂ ਨੂੰ ਅਸੀਂ ਮੱਧ ਏਸ਼ੀਆ ਤੋਂ ਜਿਹੜੀਆਂ ਜਾਤੀਆਂ ਆਈਆਂ ਸੀ ਸਿਥੀਅਨਸ, ਇਹਨਾਂ ਨੂੰ ਅਸੀਂ ਇੱਕ ਕਬੀਲਾ ਸੀ, ਇਹਨਾਂ ਨੂੰ ਅਸੀਂ ਸ਼ਕ ਕਿਹਾ ਜਾਂਦਾ ਸੀ। ਤਾਂ ਇਹ ਜਿਹੜੇ ਸ਼ਕ ਸੀਗੇ ਇਹ ਉੱਤਰੀ ਪੱਛਮ ਭਾਰਤ ਦੇ ਵਿੱਚ ਮਥੁਰਾ ਅਤੇ ਭਾਰਤ ਬ੍ਰਿੰਦਾਵਨ ਵਿੱਚ ਭਾਰਤ ਵਿੱਚ ਸਨ, ਪਰੰਤੂ ਭਾਰਤ ਵਿੱਚ ਪੱਛਮੀ ਭਾਰਤ ਦੇ ਗੁਜਰਾਤ ਅਤੇ ਮੱਧ ਪ੍ਰਦੇਸ਼ ਦਾ ਉਜੈਨ ਦਾ ਖੇਤਰ ਇਹਨਾਂ ਦੀ ਸ਼ਕਤੀ ਦਾ ਕੇਂਦਰ ਬਣ ਗਿਆ। ਰੁਦਰਾ ਰਮਨ ਪਹਿਲਾ ਜਿਸ ਨੇ 200 ਈਸਵੀ ਵਿੱਚ ਰਾਜ ਕੀਤਾ ਸੀ, ਬਹੁਤ ਮਸ਼ਹੂਰ ਸ਼ਕ ਰਾਜਾ ਸੀ। 4ਵੀਂ ਸਦੀ ਦੇ ਅਖੀਰ ਵਿੱਚ ਗੁਪਤ ਸਾਮਰਾਟ ਚੰਦਰਗੁਪਤ II ਵਿਕਰਮਾਦਿੱਤਾ ਨੇ ਸ਼ਕਾਂ ਨੂੰ ਜਿੱਤ ਕੇ ਉਹਨਾਂ ਦੇ ਸ਼ਾਸਨ ਦਾ ਅੰਤ ਕਰ ਦਿੱਤਾ। ਠੀਕ ਹੈ ਜੀ, ਰਾਜ ਕੀਤਾ ਉਹਨਾਂ ਨੇ ਸ਼ਕ ਦੇ ਉੱਤੇ। ਉਸ ਤੋਂ ਬਾਅਦ ਗੁਪਤ ਸਾਮਰਾਟ ਦੂਜਾ ਨੇ ਵਿਕਰਮਾਦਿੱਤਿਆ ਨੇ ਸ਼ਕਾਂ ਨੂੰ ਜਿੱਤ ਕੇ ਉਹਨਾਂ ਦੇ ਸ਼ਾਸਨ ਦਾ ਕੀ ਕੀਤਾ? ਅੰਤ ਕੀਤਾ। ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਪੱਲਮ। ਪੱਲਮ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਪਾਰਥੀਅਨ ਕਹਿੰਦੇ ਹਨ, ਇਹਨਾਂ ਤੋਂ ਭਾਰਤ ਆਉਣ ਵਾਲਾ ਇੱਕ ਹੋਰ ਵਿਦੇਸ਼ੀ ਕਬੀਲਾ ਸੀ। ਗੋਡੋਫਰਾਨਿਸ ਇਹਨਾਂ ਦਾ ਇੱਕ ਮਸ਼ਹੂਰ ਰਾਜਾ ਸੀ। ਉਸ ਨੂੰ ਬਹੁਤ ਸਾਰੇ ਤਾਂਬੇ ਦੇ ਸਿੱਕੇ ਜਾਰੀ ਕੀਤੇ ਸਨ। ਪੱਲਮ ਰਾਜਾ ਪੱਛਮੀ ਉੱਤਰ ਪ੍ਰਦੇਸ਼ ਤੱਕ ਹੀ ਫੈਲਿਆ ਹੋਇਆ ਸੀ। ਗੋਡੋਫਰਾਨਿਸ ਦੀ ਮੌਤ ਤੋਂ ਬਾਅਦ ਪੱਲਮ ਰਾਜ ਦਾ ਅੰਤ ਹੋ ਗਿਆ। ਉਹ ਸਮੇਂ ਦੇ ਨਾਲ ਨਾਲ ਭਾਰਤੀ ਸਮਾਜ ਦਾ ਹਿੱਸਾ ਬਣ ਗਏ। ਕੁਸ਼ਾਨ ਤਾਂ ਜਿਹੜਾ ਗੋਡੋਫਰਾਨਿਸ ਸੀ ਇੱਕ ਮਸ਼ਹੂਰ ਰਾਜਾ ਸੀ। ਤਾਂ ਉਹਨੇ ਬਹੁਤ ਸਾਰੇ ਜਿਹੜੇ ਤਾਂਬੇ ਦੇ ਸਿੱਕੇ ਜਾਰੀ ਕੀਤੇ ਸੀਗੇ। ਤਾਂ ਜਿਹੜਾ ਇਹਦਾ ਰਾਜ ਸੀਗਾ ਪੱਛਮ ਪ੍ਰਦੇਸ਼ਾਂ ਦੇ ਤੱਕ ਫੈਲਿਆ ਹੋਇਆ ਸੀ। ਗੋਡੋਫਰਾਨਿਸ ਦੀ ਮੌਤ ਤੋਂ ਬਾਅਦ ਪੱਲਮਾਂ ਦਾ ਰਾਜ ਹੋਇਆ। ਪੱਲਮਾਂ ਦੇ ਰਾਜ ਦਾ ਕੀ ਹੋ ਗਿਆ? ਅੰਤ ਹੋ ਗਿਆ ਅਤੇ ਉਹ ਭਾਰਤੀ ਸਮਾਜ ਦਾ ਹਿੱਸਾ ਬਣ ਗਏ।
ਇਸ ਤੋਂ ਬਾਅਦ ਅਸੀਂ ਪੜਾਂਗੇ ਕੁਸ਼ਾਨ ਵੰਸ਼। ਕੁਸ਼ਾਨ ਮੱਧ ਏਸ਼ੀਆ ਤੋਂ ਆਏ ਸਾਰੇ ਕਬੀਲਿਆਂ ਵਿੱਚੋਂ ਕੁਸ਼ਾਨ ਸਭ ਤੋਂ ਮਹੱਤਵਪੂਰਨ ਸਨ। ਉਹ ਚੀਨ ਦੀ ਸਰਹੱਦ ਵਿੱਚ ਰਹਿਣ ਵਾਲੇ ਸਨ। ਜਿਹੜੇ ਕੁਸ਼ਾਨ ਸੀ ਉਹ ਸਾਰੇ ਮੱਧ ਏਸ਼ੀਆ ਤੋਂ ਆਏ ਸੀਗੇ ਭਾਰਤ ਦੇ ਵਿੱਚ, ਤਾਂ ਉਹ ਚੀਨ ਦੀ ਹੱਦ ਦੇ ਉੱਤੇ ਰਹਿੰਦੇ ਸੀਗੇ। ਪੱਛਮ ਦਿਸ਼ਾ ਵੱਲ ਯਾਤਰਾ ਕਰਦੇ ਹੋਏ ਉਹ 100 ਈਸਵੀ ਪੂਰਵ ਵਿੱਚ ਅਫਗਾਨਿਸਤਾਨ ਪਹੁੰਚ ਗਏ। ਇਹਨਾਂ ਦੇ ਰਾਜਾ ਕੁੰਜਲ ਕਨਫਿਊਸ਼ੀਅਸ ਨੇ ਪੰਜਾਬ 'ਤੇ ਅਧਿਕਾਰ ਕਰ ਲਿਆ। ਇਸ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕਨਿਸ਼ਕ ਸੀ। ਪੱਲਵਾਂ ਦਾ ਜਿਹੜਾ ਸਭ ਤੋਂ ਰਾਜਾ ਪ੍ਰਸਿੱਧ ਸੀ ਉਹ ਕਨਿਸ਼ਕ। ਉਸਨੇ 78 ਤੋਂ 102 ਈਸਵੀ ਤੱਕ ਰਾਜ ਕੀਤਾ। ਉਹ ਇੱਕ ਮਹਾਨ ਜੇਤੂ ਸੀ। ਉਸ ਦਾ ਰਾਜ ਬਿਹਾਰ ਤੱਕ ਫੈਲਿਆ ਹੋਇਆ ਸੀ। ਉਸ ਦੇ ਰਾਜ ਵਿੱਚ ਮੱਧ ਭਾਰਤ, ਗੁਜਰਾਤ, ਸਿੰਧ, ਪੰਜਾਬ, ਅਫਗਾਨਿਸਤਾਨ, ਬਲਖ ਸ਼ਾਮਿਲ ਸੀ। ਉਸ ਨੇ ਚੀਨੀ ਸੈਨਾਪਤੀ ਪਾਨ ਚਾਓ ਨਾਲ ਵੀ ਯੁੱਧ ਕੀਤਾ। ਚੀਨੀ ਸੈਨਾਪਤੀ ਪਾਨ ਚਾਓ ਨਾਲ ਵੀ ਯੁੱਧ ਕੀਤਾ। ਸਿਰ ਦੇ ਬਿਨਾਂ ਕਨਿਸ਼ਕ ਦਾ ਬੁੱਤ, ਇਹ ਜਿਹੜਾ ਉੱਤੇ ਮੂਰਤੀ ਬਣਾਈ ਹੋਈ ਆ, ਜਿਹੜਾ ਉਹਦੇ ਕੀ ਨਹੀਂ ਹੈਗਾ, ਸਿਰ ਨਹੀਂ ਹੈਗਾ, ਸਿਰ ਤੋਂ ਬਿਨਾਂ ਜਿਹੜਾ ਇਹ ਦਿਖਾਇਆ ਗਿਆ ਹੈਗਾ। ਤਾਂ ਇਸੇ ਤਰ੍ਹਾਂ ਅਸ਼ੋਕ ਦੀ ਤਰ੍ਹਾਂ ਕਨਿਸ਼ਕ ਵੀ ਬੁੱਧ ਧਰਮ ਨੂੰ ਮੰਨਦਾ ਸੀ। ਉਸ ਨੇ ਕਸ਼ਮੀਰ ਵਿੱਚ ਬੁੱਧ ਧਰਮ ਦੇ ਵਿਦਵਾਨਾਂ ਦੀ ਇੱਕ ਸਭਾ ਬੁਲਾਈ ਸੀ, ਜਿਸ ਨੂੰ ਚੌਥੀ ਬੁੱਧ ਸਭਾ ਕਿਹਾ ਜਾਂਦਾ ਸੀ। ਜਿਹੜਾ ਅਸ਼ੋਕ ਸੀ ਉਹ ਕਿਹਨੂੰ ਮੰਨਦਾ ਸੀ? ਬੁੱਧ ਧਰਮ। ਕਸ਼ਮੀਰ ਦੇ ਵਿੱਚ ਬੁੱਧ ਧਰਮ ਦੇ ਵਿਦਵਾਨਾਂ ਦੀ ਉਹਨੇ ਸਭਾ ਬੁਲਵਾਈ। ਜਿਹੜੀ ਸਭਾ ਸੀ ਉਹ ਕਿਹੜੀ ਸੀ? ਚੌਥੀ ਬੁੱਧ ਸਭਾ ਸੀ। ਉਸ ਨੇ ਬਹੁਤ ਸਾਰੇ ਬੌਧ ਸਤੂਪ ਅਤੇ ਵਿਹਾਰ ਵੀ ਬਣਾਏ। ਜੇ ਉਸ ਦੇ ਦਰਬਾਰ ਵਿੱਚ ਅਸ਼ਵਕੋਸ਼ ਅਤੇ ਹੋਰ ਕਈ ਬੌਧ ਵਿਦਵਾਨ ਰਹਿੰਦੇ ਸਨ। ਉਹ ਕਲਾ ਦਾ ਵੀ ਸਰਪ੍ਰਸਤ ਸੀ। ਉਸ ਦੇ ਸਮੇਂ ਬੁੱਧ ਦੀਆਂ ਬਹੁਤ ਸਾਰੀਆਂ ਸੁੰਦਰ ਮੂਰਤੀਆਂ ਬਣਾਈਆਂ ਗਈਆਂ। ਕਿ ਬੁੱਧ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਸੁੰਦਰ ਮੂਰਤੀਆਂ ਬਣਾਈਆਂ। ਉੱਤਰ ਪੱਛਮ ਪਾਕਿਸਤਾਨ ਵਿੱਚ ਗੰਧਾਰ ਦਾ ਖੇਤਰ ਬੌਧ ਕਲਾ ਲਈ ਪ੍ਰਸਿੱਧ ਸੀ। ਯੂਨਾਨੀ ਅਤੇ ਭਾਰਤੀ ਮਿਲੀ ਜੁਲੀ ਇਸ ਕਲਾ ਨੂੰ ਗੰਧਾਰ ਕਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤਾਂ ਹੁਣ ਜੇ ਅਸੀਂ ਗੱਲ ਕਰੀਏ ਗੰਧਾਰ ਕਲਾ ਦੀ, ਤਾਂ ਇਹ ਉੱਤਰ ਪੱਛਮ ਦੇ ਵਿੱਚ ਜਿਹੜਾ ਖੇਤਰ ਸੀ ਬੌਧ ਕਲਾ ਦਾ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਗੰਧਾਰ ਕਲਾ। ਇਸ ਤਰ੍ਹਾਂ ਮਥੁਰਾ ਵੀ ਕਲਾ ਦਾ ਇੱਕ ਪ੍ਰਸਿੱਧ ਕੇਂਦਰ ਬਣ ਗਿਆ। ਕੁਸ਼ਾਨ ਕਾਲ ਵਿੱਚ ਇੱਥੇ ਸੁੰਦਰ ਮੂਰਤੀਆਂ ਬਣਾਈਆਂ ਗਈਆਂ। ਕਨਿਸ਼ਕ ਦੇ ਸਮੇਂ ਬੁੱਧ ਦੀ ਮੂਰਤੀ ਪੂਜਾ ਹੋ ਗਈ। ਕਨਿਸ਼ਕ ਨੇ ਬਹੁਤ ਸਾਰੇ ਸੋਨੇ ਅਤੇ ਤਾਂਬੇ ਦੇ ਸਿੱਕੇ ਜਾਰੀ ਕੀਤੇ। ਉਹ ਇਤਿਹਾਸ ਵਿੱਚ ਇੱਕ ਮਹਾਨ ਸ਼ਾਸਕ ਮੰਨਿਆ ਜਾਂਦਾ ਹੈ। ਕਨਿਸ਼ਕ ਦੇ ਬਾਅਦ ਵਸ਼ਿਸ਼ਕ, ਹੁਵਸ਼ਿਸ਼ਕ, ਵਾਸੁਦੇਵ ਕੁਸ਼ਾਨ ਰਾਜਾ ਨੇ ਰਾਜ ਕੀਤਾ, ਪਰੰਤੂ ਉਹ ਕਨਿਸ਼ਕ ਵਾਂਗ ਸ਼ਕਤੀਸ਼ਾਲੀ ਨਹੀਂ ਸਨ। ਤੀਜੀ ਸਦੀ ਵਿੱਚ ਕੁਸ਼ਾਨ ਰਾਜ ਦਾ ਕੀ ਹੋ ਗਿਆ? ਅੰਤ ਹੋ ਗਿਆ। ਤਾਂ ਇਹ ਸਾਡੇ ਕੋਲ ਯਾਦ ਰੱਖਣ ਜੋ ਗੱਲਾਂ। ਗੌਤਮੀ ਪੁੱਤਰ ਦਾ ਸ਼ਾਤਕਰਨੀ ਇੱਕ ਮਹਾਨ ਸਾਤਵਾਨ ਸ਼ਾਸਕ ਸੀ। ਚੌਲ, ਪਾਂਡਵ, ਚੇਰ ਦੱਖਣੀ ਭਾਰਤ ਦੇ ਤਿੰਨ ਪ੍ਰਸਿੱਧ ਰਾਜੇ ਸੀ। ਤਾਂ ਤਿੰਨ ਪ੍ਰਸਿੱਧ ਰਾਜੇ ਸੀ ਸਾਡੇ ਕੋਲੇ, ਚੌਲ, ਪਾਂਡਵ ਅਤੇ ਚੇਰ। ਕਨਿਸ਼ਕ ਰਾਜਾ ਕੁਸ਼ਾਨ ਵੰਸ਼ ਦਾ ਪ੍ਰਸਿੱਧ ਰਾਜਾ ਸੀ। ਤਾਂ ਪਿਆਰੇ ਬੱਚੋ, ਇਹ ਸਾਡਾ ਅੱਜ ਦਾ ਲੈਸਨ ਸੀਗਾ, ਜਿਹਦੇ ਵਿੱਚ ਅਸੀਂ ਵਿਸਤਾਰ ਪੂਰਵਕ ਜਿਹੜਾ 200 ਈਸਵੀ ਤੋਂ ਲੈ ਕੇ 300 ਈਸਵੀ ਪੂਰਵ ਤੱਕ ਪੜ੍ਹਿਆ, ਈਸਵੀ ਪੂਰਵ ਤੋਂ ਲੈ ਕੇ 300 ਈਸਵੀ ਤੱਕ ਪੜ੍ਹਿਆ। ਤਾਂ ਇਹਦੇ ਵਿੱਚ ਅਸੀਂ ਗੌਤਮੀ ਪੁੱਤਰ, ਚੌਲ ਵੰਸ਼, ਕਨਿਸ਼ਕ ਰਾਜਿਆਂ ਬਾਰੇ ਪੜ੍ਹਿਆ। ਤਾਂ ਮੈਂ ਹਾਂ ਤੁਹਾਡਾ ਬਨੀਤ ਕੁਮਾਰ। ਮੈਨੂੰ ਦਿਓ ਆਗਿਆ। ਤਾਂ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ।